गुड मॉर्निंग स्टूडेंट्स। मेरा नाम जसमीर कौर हैगा ਤੇ ਆਪਾਂ ਅੱਜ ਅਪਲਾਈਡ ਫਿਜ਼ਿਕਸ 2 ਜੋ ਕਿ ਸਾਡੇ ਸੈਕੰਡ ਸਮੈਸਟਰ ਦੇ ਵਿੱਚ ਯੂਜ਼ ਹੁੰਦੀ ਹੈ ਉਹ ਪੜਨ ਜਾ ਰਹੇ ਹਾਂ। ਔਰ ਉਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਟੌਪਿਕ ਲੈ ਰਹੇ ਹੈਗੇ ਆ ਉਹ ਹੈਗਾ ਹੈ ਸੈਮੀਕੰਡਕਟਰ ਫਿਜ਼ਿਕਸ। ਸੈਮੀਕੰਡਕਟਰ ਜਿਹੜੀ ਹੈਗਾ ਫਿਜ਼ਿਕਸ ਹੈਗੀ ਹੈ ਜਿਹੜੀ ਇਸ ਮਾਡਰਨ ਟੈਕਨੋਲੋਜੀ ਦੇ ਵਿੱਚ ਯੂਜ਼ ਹੁੰਦੀ ਹੈਗੀ ਹੈ। ਇਸ ਚੀਜ਼ ਬਾਰੇ ਅਸੀਂ ਆਪਾਂ ਇਸ ਚੈਪਟਰ ਦੇ ਵਿੱਚ ਪੜ੍ਹਨਾ ਹੈਗਾ। ਤੁਸੀਂ ਸਾਰਿਆਂ ਨੇ ਦੇਖਿਆ ਹੋਏਗਾ ਕਿ ਅੱਜ ਕੱਲ੍ਹ ਜਿਹੜੇ ਸਾਡੇ ਡਿਵਾਈਸਿਸ ਹੈ ਜਿਵੇਂ ਕਿ ਮੋਬਾਈਲ ਫੋਨਸ ਹੋ ਗਏ, ਲੈਪਟਾਪਸ ਹੋ ਗਏ, ਕੰਪਿਊਟਰਸ ਹੋ ਗਏ, ਇਹ ਸਾਰੇ ਇੱਕ ਕੰਪੈਕਟ ਫਾਰਮ ਛੋਟੇ ਜਿਹੇ ਫਾਰਮਸ ਦੇ ਵਿੱਚ ਸਾਨੂੰ ਮਿਲਦੇ ਹੈਗੇ ਹੈ। ਜਿਵੇਂ ਪਹਿਲੇ ਜ਼ਮਾਨੇ ਦੇ ਵਿੱਚ ਜਿਹੜਾ ਟੀਵੀ ਹੁੰਦਾ ਸੀਗਾ ਉਹਦੇ ਵਿੱਚ ਵੈਕਿਊਮ ਟਿਊਬਸ ਹੋ ਜਾਂਦੀ ਸੀਗੀਆਂ ਲੱਗੀਆਂ ਹੁੰਦੀਆਂ ਸੀਗੀਆਂ ਜਿਹਦਾ ਸਾਈਜ਼ ਕੀ ਬਹੁਤ ਬੜਾ ਹੁੰਦਾ ਸੀਗਾ। ਪਰ ਅੱਜ ਕੱਲ੍ਹ ਜਿਹੜੇ ਸਾਡੇ ਟੀਵੀ ਆਉਂਦੇ ਆ ਬਹੁਤ ਹੀ ਜ਼ਿਆਦਾ ਸਲੀਕਸ ਹੁੰਦੇ ਆ, ਬਹੁਤ ਹੀ ਜ਼ਿਆਦਾ ਪਤਲੇ ਔਰ ਮਤਲਬ ਕਿ ਛੋਟੇ ਸਾਈਜ਼ ਦੇ ਵਿੱਚ ਅਵੇਲੇਬਲ ਹੁੰਦੇ ਹੈ। ਅਤੇ ਇਹਦੇ ਵਿੱਚ ਕੀ ਹੈਗਾ ਕਿ ਹੁਣ ਜਿਹੜੇ ਟੀਵੀ ਤੁਹਾਡੇ ਬਣੇ ਹੁੰਦੇ ਆ ਉਹਨਾਂ ਦੇ ਵਿੱਚ ਤੁਹਾਡੇ ਸੈਮੀ ਕੰਡਕਟਰਸ ਲੱਗੇ ਹੁੰਦੇ ਹੈਗੇ। ਐਵੇਂ ਹੀ ਜਿਹੜੇ ਤੁਹਾਡੇ ਸੋਲਰ ਪੈਨਲਸ ਹੈਗੇ ਆ ਜਿਹੜੇ ਕਿ ਘਰਾਂ ਦੇ ਉੱਪਰ ਬਿਜਲੀ ਜਿਹੜੀ ਧੁੱਪ ਨਾਲ ਆਪਾਂ ਜਨਰੇਟ ਕਰਦੇ ਹੈਗੇ ਆ ਉਹ ਚੀਜ਼ਾਂ ਦੇ ਵਿੱਚ ਵੀ ਜਿਹੜਾ ਸੈਮੀ ਕੰਡਕਟਰਸ ਤੁਹਾਡੇ ਯੂਜ਼ ਹੁੰਦੇ ਹੈਗੇ ਆ। ਠੀਕ ਹੈ ਬੱਚੋ। ਅਤੇ ਜਿਹੜਾ ਅਸੀਂ ਪਹਿਲਾਂ ਦੇਖਿਆ ਹੈਗਾ ਹੈ ਕਿ ਜਿਹੜੇ ਮਟੀਰੀਅਲਸ ਹੈਗੇ ਆ ਆਪਾਂ ਦੋ ਤਰ੍ਹਾਂ ਕਲਾਸੀਫਾਈ ਕਰਦੇ ਹੈਗੇ ਆ। ਵਨ ਇਜ਼ ਦਾ ਕੰਡਕਟਰਸ ਐਂਡ ਸੈਕਿੰਡ ਇਜ਼ ਦਾ ਇੰਸੂਲੇਟਰ। ਅਸੀਂ ਮੀਨਸ ਮਟੀਰੀਅਲਸ ਨੂੰ ਦੋ ਤਰ੍ਹਾਂ ਪਛਾਣਦੇ ਹੈਗੇ ਆ ਕਿ ਇੱਕ ਤਾਂ ਕੰਡਕਟਰਸ ਕਿਹੜੇ ਹੁੰਦੇ ਆ ਅਤੇ ਦੂਜੇ ਜਿਹੜੇ ਇੰਸੂਲੇਟਰਸ ਹੁੰਦੇ ਆ। ਕੰਡਕਟਰਸ ਕਿਹੜੇ ਹੁੰਦੇ ਹੈਗੇ ਆ? ਕੰਡਕਟਰਸ ਉਹ ਮਟੀਰੀਅਲਸ ਹੁੰਦੇ ਆ ਜਿਨ੍ਹਾਂ ਦੇ ਵਿੱਚੋਂ ਕਰੰਟ ਪਾਸ ਹੁੰਦਾ ਹੈ, ਜਿਹੜੇ ਉਹ ਇਲੈਕਟ੍ਰੀਸਿਟੀ ਕੰਡਕਟ ਕਰਦੇ ਆ। ਅਤੇ ਇੰਸੂਲੇਟਰਸ ਉਹ ਮਟੀਰੀਅਲਸ ਹੁੰਦੇ ਹੈਗੇ ਆ ਜਿਨ੍ਹਾਂ ਦੇ ਵਿੱਚੋਂ ਕਰੰਟ ਪਾਸ ਨਹੀਂ ਹੁੰਦਾ ਹੈਗਾ। ਤਾਂ ਡਿਪੈਂਡਿੰਗ ਅਪੋਨ ਦਾ ਰਜਿਸਟਿਵਿਟੀ ਮੀਨਸ ਅਪੋਜੀਸ਼ਨ ਟੂ ਕਿੰਨਾ ਤੁਹਾਡੇ ਉਸ ਕੰਡਕਟਰ ਦੇ ਅੰਦਰ ਮਟੀਰੀਅਲ ਕਿੰਨਾ ਕੁ ਕਰੰਟ ਅਲਾਓ ਕਰਦਾ ਹੈ ਫਲੋ ਕਰਨ ਵਾਸਤੇ, ਉਹਦੇ ਉੱਤੇ ਡਿਪੈਂਡ ਕਰਦਾ ਹੈ। ਤੋ ਕੰਡਕਟਰਸ ਦੀ ਜਿਹੜੀ ਰਜਿਸਟਿਵਿਟੀ ਹੁੰਦੀ ਹੈ ਉਹ ਬਹੁਤ ਲੋ ਹੁੰਦੀ ਹੈ ਅਤੇ ਇੰਸੂਲੇਟਰਸ ਦੀ ਜਿਹੜੀ ਰਜਿਸਟਿਵਿਟੀ ਹੁੰਦੀ ਹੈ ਬਹੁਤ ਜ਼ਿਆਦਾ ਹਾਈ ਹੁੰਦੀ ਹੈ। ਹਾਈ ਰਜਿਸਟਿਵਿਟੀ ਹੋਣ ਕਰਕੇ ਉਹ ਆਪਣੇ ਅੰਦਰੋਂ ਕਰੰਟ ਪਾਸ ਨਹੀਂ ਕਰਦਾ। ਦੂਜਾ ਡਿਪੈਂਡਿੰਗ ਅਪੋਨ ਦਾ ਫ੍ਰੀ ਇਲੈਕਟ੍ਰੋਨਸ। ਜਿਹੜੇ ਕੰਡਕਟਰਸ ਹੁੰਦੇ ਆ ਉਹਨਾਂ ਕੋਲ ਬਹੁਤ ਜ਼ਿਆਦਾ ਫ੍ਰੀ ਇਲੈਕਟ੍ਰੋਨਸ ਹੁੰਦੇ ਹੈ। ਫ੍ਰੀ ਇਲੈਕਟ੍ਰੋਨਸ ਦੇ ਕਾਰਨ ਹੀ ਜਿਹੜਾ ਹੈਗਾ ਜਿਹੜੀ ਕੰਡਕਸ਼ਨ ਹੁੰਦੀ ਹੈ। ਵੇਅਰਐਜ਼ ਇਨ ਇੰਸੂਲੇਟਰਸ ਦਾ ਫ੍ਰੀ ਇਲੈਕਟ੍ਰੋਨਸ ਆਰ ਵੈਰੀ ਰੇਅਰ ਔਰ ਦੇ ਡੂ ਨਾਟ ਹੈਵ ਦਾ ਫ੍ਰੀ ਇਲੈਕਟ੍ਰੋਨਸ। ਐਗਜ਼ਾਮਪਲਸ ਕੀ ਹੈਗੇ ਕੰਡਕਟਰਸ ਦੇ? ਕਾਪਰ ਹੋ ਗਿਆ, ਗੋਲਡ ਹੋ ਗਿਆ, ਐਲੂਮੀਨੀਅਮ ਹੋ ਗਿਆ। ਅੱਜ ਕੱਲ੍ਹ ਦੇਖਿਆ ਹੋਣਾ ਜਿਹੜੀ ਤੁਹਾਡੀਆਂ ਬਿਜਲੀ ਦੀ ਤਾਰਾਂ ਹੈਗੀਆਂ ਉਹ ਐਲੂਮੀਨੀਅਮ ਦੀਆਂ ਬਣੀਆਂ ਹੁੰਦੀਆਂ ਹੈਗੀਆਂ ਐਂਡ ਦੇ ਆਰ ਦਾ ਗੁੱਡ ਕੰਡਕਟਰਸ। ਵੇਅਰਐਜ਼ ਵੁੱਡ ਹੋ ਗਿਆ, ਡਾਇਮੰਡ ਹੋ ਗਿਆ ਐਂਡ all these are the bad conductors or they do not conduct the electricity। ਤੁਸੀਂ ਦੇਖਿਆ ਹੀ ਹੋਏਗਾ ਜਦ ਕਿਸੇ ਬੰਦੇ ਨੂੰ ਕਰੰਟ ਲੱਗਦਾ ਹੈਗਾ ਤਾਂ ਉਹਨੂੰ ਕਿਹਾ ਜਾਂਦਾ ਹੈ ਕਿ ਲੱਕੜ ਦੇ ਨਾਲ ਉਹਨੂੰ ਹਟਾਇਆ ਜਾਵੇ ਕਿਉਂਕਿ ਵੁੱਡ ਕੀ ਹੈ ਇੱਕ ਬੈਡ ਕੰਡਕਟਰ ਹੈਗਾ, ਇਟ ਇਜ਼ ਅ ਇੰਸੂਲੇਟਰ। ਤਾਂ ਸੈਮੀ ਕੰਡਕਟਰਸ ਕੀ ਹੈ? ਤੀਜੇ ਤਰ੍ਹਾਂ ਦਾ ਮਟੀਰੀਅਲ ਹੈਗਾ ਜਿਹਨੂੰ ਆਪਾਂ ਕਹਿੰਦੇ ਹੈਗੇ ਸੈਮੀ ਕੰਡਕਟਰ। ਦਿਸ ਸੈਮੀ ਕੰਡਕਟਰ ਲਾਈਜ਼ ਬਿਟਵੀਨ ਕੰਡਕਟਰਸ ਐਂਡ ਇੰਸੂਲੇਟਰ। ਮੀਨਸ ਇਹ ਕੰਡਕਟਰਸ ਅਤੇ ਇੰਸੂਲੇਟਰ ਦੇ ਵਿਚਕਾਰ ਵਾਲਾ ਜਿਹੜਾ ਮਟੀਰੀਅਲ ਹੈਗਾ ਉਹਨੂੰ ਤੁਸੀਂ ਸੈਮੀ ਕੰਡਕਟਰ ਕਹਿੰਦੇ ਹੈਗੇ। ਇਹਨਾਂ ਦੀ ਜਿਹੜੀ ਰਜਿਸਟਿਵਿਟੀ ਹੁੰਦੀ ਹੈਗੀ ਹੈ ਇੰਟਰਮੀਡੀਏਟ ਹੁੰਦੀ ਹੈ। ਮੀਨਸ ਨਾ ਹੀ ਉਹ ਰਜਿਸਟਿਵਿਟੀ ਜ਼ਿਆਦਾ ਹੁੰਦੀ ਹੈ ਨਾ ਹੀ ਰਜਿਸਟਿਵਿਟੀ ਘੱਟ, ਯਾਨੀ ਕਿ ਕੰਡਕਟਰਸ ਤੋਂ ਰਜਿਸਟਿਵਿਟੀ ਘੱਟ ਹੁੰਦੀ ਹੈਗੀ ਹੈ ਅਤੇ ਕੰਡਕਟਰਸ ਤੋਂ ਰਜਿਸਟਿਵਿਟੀ ਜ਼ਿਆਦਾ ਹੁੰਦੀ ਹੈ ਅਤੇ ਇੰਸੂਲੇਟਰਸ ਤੋਂ ਰਜਿਸਟਿਵਿਟੀ ਜਿਹੜੀ ਹੈਗੀ ਹੈ ਉਹਦੀ ਘੱਟ ਹੁੰਦੀ ਹੈਗੀ ਹੈ। ਐਂਡ ਸੈਕਿੰਡ ਨੰਬਰ ਉਹਦੇ ਵਿੱਚ ਜਿਹੜੇ ਫ੍ਰੀ ਇਲੈਕਟ੍ਰੋਨਸ ਹੁੰਦੇ ਹੈ ਕੰਡਕਟਰ ਤੋਂ ਘੱਟ ਹੁੰਦੇ ਹੈਗੇ ਆ ਅਤੇ ਇੰਸੂਲੇਟਰਸ ਤੋਂ ਜ਼ਿਆਦਾ ਹੁੰਦੇ ਹੈਗੇ ਆ। ਤਾਂ ਇਟ ਮੀਨਸ ਦੇ ਕੰਡਕਟ। ਸੈਮੀ ਮੀਨਸ ਥੋੜ੍ਹੀ ਦੇਰ ਵਾਸਤੇ, ਥੋੜ੍ਹਾ ਟਾਈਮ, ਜਾਂ ਡਿਪੈਂਡ ਕਰਦਾ ਹੈਗਾ ਕਿ ਕਦ ਉਹ ਕੰਡਕਟ ਕਰਦੇ ਹੈਗੇ ਆ ਅਤੇ ਕਦ ਉਹ ਕੰਡਕਟ ਨਹੀਂ ਕਰਦੇ। ਮੀਨਸ ਕਦ ਉਹ ਕੰਡਕਟਰ ਐਕਟ ਕਰਦੇ ਹੈ ਅਤੇ ਕਦ ਉਹ ਕੰਡਕਟਰ ਐਕਟ ਨਹੀਂ ਕਰਦੇ, ਯਾਨੀ ਕਿ ਉਹ ਇੰਸੂਲੇਟਰ ਐਕਟ ਕਰਦੇ ਹੈ। ਅਤੇ ਜਿਹੜਾ ਸਾਡਾ ਐਗਜ਼ਾਮਪਲ ਹੈ ਸਿਲੀਕੋਨ ਐਂਡ ਜਰਮੇਨੀਅਮ, ਦੇ ਆਰ ਦਾ ਸੈਮੀ ਕੰਡਕਟਰਸ। ਔਰ ਜਿਹੜੇ ਇਹ ਐਲੀਮੈਂਟਸ ਹੈ ਗਰੁੱਪ 4 ਦੇ ਐਲੀਮੈਂਟਸ ਹੈਗੇ ਜਿਨ੍ਹਾਂ ਦੇ ਆਊਟਰਮੋਸਟ
ਸ਼ੈੱਲ ਦੇ ਵਿੱਚ, ਵੈਲੈਂਸ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨਸ ਹੁੰਦੇ ਹੈਗੇ ਆ ਤੇ ਇਹਨਾਂ ਨੂੰ ਆਪਾਂ ਸੈਮੀਕੰਡਕਟਰਸ ਕਹਿੰਦੇ ਹੈਗੇ ਆ ਤੇ ਦੇ ਅਲਾਉ ਦਾ ਇੰਟਰਮੀਡੀਏਟ ਫਲੋ ਆਫ ਕਰੰਟ ਥਰੂ ਇਟ। ਬਹੁਤ ਥੋੜਾ ਕਰੰਟ ਆਪਣੇ ਅੰਦਰੋਂ ਪਾਸ ਕਰਦੇ ਹੈਗੇ ਆ ਇਹ ਸੈਮੀਕੰਡਕਟਰਸ। ਹੁਣ ਆਪਾਂ ਜੇ ਡੈਫੀਨੇਸ਼ਨ ਲਈਏ ਸੈਮੀਕੰਡਕਟਰਸ ਦੀ, ਸੈਮੀਕੰਡਕਟਰਸ ਕੀ ਹੁੰਦੇ ਹੈ? these are the those materials having conductivity between conductors and insulators। ਮੀਨਸ ਉਹਨਾਂ ਦੀ ਜਿਹੜੀ ਕੰਡਕਟਿਵਿਟੀ ਹੈਗੀ ਹੈ ਕੰਡਕਟਰਸ ਤੇ ਇੰਸੂਲੇਟਰ ਦੇ ਵਿਚਕਾਰ ਹੁੰਦੀ ਹੈ। ਮੀਨਸ ਕੰਡਕਟਰਸ ਤੋਂ ਥੋੜੀ ਜਿਹੀ ਘੱਟ ਹੁੰਦੀ ਹੈ ਤੇ ਇੰਸੂਲੇਟਰਸ ਤੋਂ ਥੋੜੀ ਜਿਹੀ ज़्यादा ਹੁੰਦੀ ਹੈ। ਤੇ ਐਗਜ਼ਾਮਪਲਸ ਆਪਾਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਸਿਲੀਕੋਨ ਔਰ ਜਰਮੇਨੀਅਮ ਜਿਹੜੇ ਹੈਗੇ ਆ ਸਾਡੇ ਬੈਸਟ ਸੈਮੀਕੰਡਕਟਰ ਹੈ ਇਨ ਦਾ ਐਲੀਮੈਂਟ ਫਾਰਮ। ਦੇ ਹੈਵ ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ। ਨੈਗੇਟਿਵ ਟੈਂਪਰੇਚਰ ਕੋਫੀਸ਼ੀਐਂਟ ਦਾ ਮਤਲਬ ਹੈਗਾ ਜਿਵੇਂ ਜਿਵੇਂ ਆਪਾਂ ਟੈਂਪਰੇਚਰ ਵਧਾਵਾਂਗੇ ਉਹਨਾਂ ਦੀ ਕੰਡਕਟਿਵਿਟੀ ਕੀ ਹੋਏਗੀ? ਵੱਧ ਜਾਵੇਗੀ ਔਰ ਉਹਨਾਂ ਦਾ ਰਜਿਸਟੈਂਸ ਕੀ ਹੋ ਜਾਏਗਾ? ਡਿਕਰੀਜ਼ ਹੋ ਜਾਏਗਾ। ਮੀਨਸ ਉਹ ਮੋਰ ਕੰਡਕਟ ਕਰਨਾ ਸ਼ੁਰੂ ਕਰ ਦੇਣਗੇ। ਆਪਾਂ ਦੂਜਾ ਹੁਣ ਕੁਐਸਚਨ ਲੈਂਦੇ ਹੈਗੇ ਕਿ ਵਾਈ ਸੈਮੀਕੰਡਕਟਰਸ ਆਰ ਇੰਪੋਰਟੈਂਟ। ਕਿਉਂ ਆਪਾਂ ਸੈਮੀਕੰਡਕਟਰਸ ਨੂੰ ਇੰਪੋਰਟੈਂਟ ਮੰਨਦੇ ਹੈ ਤੇ ਸਾਡੀ ਅੱਜ ਕੱਲ੍ਹ ਦੀ ਜਿਹੜੀ ਟੈਕਨੋਲੋਜੀ ਹੈਗੀ ਆ ਉਹ ਇਸ ਚੀਜ਼ ਨੂੰ ਯੂਜ਼ ਕਰ ਰਹੀ ਹੈਗੀ ਹੈ। ਤਾਂ ਇਹਨਾਂ ਦੀ ਦੋ ਮੋਸਟ ਇੰਪੋਰਟੈਂਟ ਪ੍ਰੋਪਰਟੀਜ਼ ਹੈਗੀਆਂ। ਨੰਬਰ 1 ਇਜ਼ ਦੈਟ ਦੇ ਕੈਨ ਕੰਟਰੋਲ ਦਾ ਨੰਬਰ ਆਫ ਚਾਰਜ ਕੈਰੀਅਰਸ। ਮੀਨਸ ਕਿੰਨਾ ਕਰੰਟ ਉਹਦੇ ਵਿੱਚੋਂ ਫਲੋ ਹੋਣਾ ਚਾਹੀਦਾ ਹੈ ਇਸ ਚੀਜ਼ ਦੇ ਉੱਤੇ ਕੰਟਰੋਲ ਹੈਗਾ ਹੈ। ਅਸੀਂ ਜ਼ਿਆਦਾ ਕਰੰਟ ਫਲੋ ਕਰਵਾਉਣਾ ਚਾਹੁੰਦੇ ਹੈਗੇ ਜਾਂ ਘੱਟ ਕਰੰਟ ਫਲੋ ਕਰਵਾਉਣਾ ਚਾਹੁੰਦੇ ਹੈਗੇ ਆ ਤਾਂ ਇਹਦੇ ਨਾਲ ਅਸੀਂ ਸੈਮੀਕੰਡਕਟਰਸ ਦੇ ਨਾਲ ਆਪਾਂ ਕਰੰਟ ਦੇ ਫਲੋ ਤੋਂ ਕੰਟਰੋਲ ਕਰ ਸਕਦੇ ਹਾਂ। ਪਰ ਅਗਰ ਆਪਾਂ ਕੰਡਕਟਰ ਦੀ ਗੱਲ ਕਰੀਏ ਤੇ ਕੰਡਕਟਰ ਦੇ ਤੋਂ ਆਪਾਂ ਕਰੰਟ ਨੂੰ ਫਲੋ ਕਰਨਾ ਦੇ ਉੱਤੇ ਕੰਟਰੋਲ ਨਹੀਂ ਕਰ ਸਕਦੇ ਹੈਗੇ ਆ। Second point is it is unidirectional flow of current। it gives unidirectional। unidirectional means ਤੁਸੀਂ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਕਰੰਟ ਨੂੰ ਫਲੋ ਕਰਵਾ ਸਕਦੇ ਹੋ। ਇਸ ਡਾਇਰੈਕਸ਼ਨ 'ਚ ਕਰਵਾ ਸਕਦੇ ਹੋ ਤੇ ਇਸ ਡਾਇਰੈਕਸ਼ਨ 'ਚ ਕਰੰਟ ਨੂੰ ਫਲੋ ਨਹੀਂ ਕਰਵਾ ਸਕਦੇ ਹੋ। ਪਰ ਅਗਰ ਆਪਾਂ ਕਾਪਰ ਵਾਇਰ ਜੋ ਕਿ ਇੱਕ ਕੰਡਕਟਰ ਹੈਗਾ ਉਹਨੂੰ ਲੈਂਦੇ ਆ ਤਾਂ ਉਹਦੇ ਵਿੱਚ ਤੁਸੀਂ ਦੋਨੋਂ ਡਾਇਰੈਕਸ਼ਨ ਦੇ ਵਿੱਚ ਕਰੰਟ ਨੂੰ ਫਲੋ ਕਰਵਾ ਸਕਦੇ ਹੋ। ਬਿਕੋਜ਼ ਆਫ these two properties semiconductors are mostly used। another advantages are that they are small in size, they have no heating effect। ਉਹਨਾਂ ਦੀ ਜਿਹੜੀ ਲਾਈਫ ਹੈਗੀ ਹੈ ਬੜੀ ਹੈਗੀ ਹੈ ਔਰ ਰਿਲਾਇਬਿਲਿਟੀ ਹੈਗੀ ਹੈ। they have low power and voltage required for operation। ਉਹਨਾਂ ਨੂੰ ਚਲਾਉਣ ਵਾਸਤੇ ਸਾਨੂੰ ਘੱਟ ਪਾਵਰ ਤੇ ਵੋਲਟੇਜ ਦੀ ਜ਼ਰੂਰਤ ਹੁੰਦੀ ਹੈ। ਡਿਫਰੈਂਟ ਸੈਮੀਕੰਡਕਟਰਸ ਹੈ ਤੁਹਾਨੂੰ ਪਿਕਚਰਸ ਦਿਖਾਈ ਹੋਏ ਡਾਇਓਡਸ ਹੈ ਜੋ ਛੋਟੇ ਛੋਟੇ ਚਿਪਸ ਦੇ ਉੱਤੇ ਲੱਗੇ ਹੁੰਦੇ ਹੈਗੇ ਆ ਪਰ ਇਹ ਬਹੁਤ ਹੀ ਮੇਜਰ ਰੋਲ ਕੰਟਰੋਲ ਕਰਦੇ ਹੈ ਕਰੰਟ ਕਿੰਨਾ ਕੁ ਫਲੋ ਕਰੇ। ਤਾਂ ਇਹ ਤੁਹਾਡੇ ਕੋਲ ਟਰਾਇਓਡ ਹੋ ਗਿਆ, ਟਰਾਂਜਿਸਟਰਸ ਹੈਗੇ ਆ, ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋਗੇ ਕਿ ਕੋਈ ਵੀ ਤੁਹਾਡਾ ਆਪਰੇਟਰਸ ਹੈ ਜਾਂ ਤੁਸੀਂ ਕੋਈ ਮੋਬਾਈਲ ਫੋਨ ਖੋਲ ਲੈਂਦੇ ਹੋ ਤਾਂ ਇਹ ਸਾਰੀਆਂ ਚੀਜ਼ਾਂ ਜਾਂ ਰਿਮੋਟ ਹੀ ਖੋਲ ਲੈਂਦੇ ਹੋ ਟੀਵੀ ਦਾ ਤੇ ਉਹਦੇ ਵਿੱਚ ਆ ਚੀਜ਼ਾਂ ਛੋਟੀ ਚੀਜ਼ਾਂ ਲੱਗੀਆਂ ਹੁੰਦੀਆਂ ਜੋ ਕਿ ਇੱਕ ਸੈਮੀਕੰਡਕਟਰਸ ਹੈਗੇ। ਹੁਣ ਅਸੀਂ ਪੜ੍ਹਨਾ ਹੈਗਾ ਕਿ ਸੈਮੀਕੰਡਕਟਰਸ ਦੇ ਵਿੱਚ એનર્ਜੀ ਬੈਂਡਸ ਦਾ ਕੀ ਮਤਲਬ ਹੈਗਾ। ਤਾਂ ਸਾਨੂੰ ਪਤਾ ਹੈਗਾ ਕਿ ਇੱਕ ਐਟਮ ਜਿਹੜਾ ਹੈਗਾ ਅਕੋਰਡਿੰਗ ਟੂ ਬੋਹਰਸ ਮਾਡਲ ਇਨ ਐਨ ਐਟਮ electrons revolve around the nucleus in a circular orbit of definite energy। ਤੁਸੀਂ ਸਾਰਿਆਂ ਨੇ ਕੈਮਿਸਟਰੀ ਦੇ ਵਿੱਚ ਪੜ੍ਹਿਆ ਹੋਇਆ ਹੈਗਾ ਕਿ ਜਿਹੜਾ ਇਲੈਕਟ੍ਰੋਨ ਹੈਗਾ ਉਹ ਇੱਕ ਐਟਮ ਜੋ ਹੈ ਉਹਦੇ ਅਰਾਊਂਡ ਇੱਕ ਤੁਹਾਡਾ ਔਰਬਿਟ ਹੁੰਦੀ ਹੈ ਜਿਹਦੇ ਵਿੱਚ ਇਲੈਕਟ੍ਰੋਨ ਜਿਹੜਾ ਹੈਗਾ ਕਿ ਰਿਵੋਲਵ ਕਰਦਾ ਹੈਗਾ ਔਰ ਇਹ ਇੱਕ ਪਰਟੀਕੂਲਰ ਡੈਫੀਨਾਈਟ એનર્ਜੀ ਦੀ ਔਰਬਿਟ ਹੁੰਦੀ ਹੈਗੀ ਹੈ। ਮੀਨਸ ਕੋਈ ਵੀ એનર્ਜੀ ਨਹੀਂ ਹੈ ਵੀ ਜੌਨਸੀ ਮਰਜ਼ੀ એનર્ਜੀ ਹੋਵੇ ਤੇ ਇਲੈਕਟ੍ਰੋਨ ਰਿਵੋਲਵ ਕਰੇਗਾ, ਨਹੀਂ। ਇਲੈਕਟ੍ਰੋਨਸ ਰਿਵੋਲਵ ਇਨ ਅ ਡੈਫੀਨਾਈਟ orbits with definite energy। So the energy levels for an isolated atom are discrete। means ਇੱਕ particular value ਹੋਏਗੀ। ਮੰਨ ਲਓ ਆਪਾਂ ਹਾਈਡਰੋਜਨ ਦੀ ਗੱਲ ਕਰੀਏ, ਇਹ ਤੁਹਾਡਾ ਨਿਊਕਲੀਅਸ ਹੈਗਾ ਤੇ ਇਹਦੇ ਅਰਾਊਂਡ ਔਰਬਿਟਸ ਹੈਗੀਆਂ ਜਿਹਦੇ ਵਿੱਚ ਇਲੈਕਟ੍ਰੋਨ ਰਿਵੋਲਵ ਕਰਦਾ ਹੈਗਾ। ਤਾਂ ਜਿਹੜੀ ਫਸਟ ਔਰਬਿਟ ਹੈਗੀ ਆ ਉਹਦੀ એનર્ਜੀ ਹੁੰਦੀ ਹੈ -13.6 ਇਲੈਕਟ੍ਰੋਨ ਵੋਲਟ।
ਜਿਹੜੀ ਸੈਕਿੰਡ ਆਰਬਿਟ ਹੈ ਉਹਦੀ એનર્ਜੀ ਹੈ -3.4 ਇਲੈਕਟ੍ਰੋਨ ਵੋਲਟ। ਮੀਨਸ ਇਲੈਕਟ੍ਰੋਨ ਨੂੰ ਫਸਟ ਆਰਬਿਟ ਦੇ ਵਿੱਚ ਰਿਵੋਲਵ ਕਰਨ ਵਾਸਤੇ ਕਿੰਨੀ એનર્ਜੀ ਚਾਹੀਦੀ ਹੈ -13.6 ਇਲੈਕਟ੍ਰੋਨ ਵੋਲਟ। ਦੂਜੀ ਆਰਬਿਟ ਦੇ ਵਿੱਚ -3.4 ਇਲੈਕਟ੍ਰੋਨ ਵੋਲਟ, ਥਰਡ ਦੇ ਵਿੱਚ -1.5 ਇਲੈਕਟ੍ਰੋਨ ਵੋਲਟ। ਐਵੇਂ ਜਿਵੇਂ ਜਿਵੇਂ ਤੁਹਾਡੀ ਆਰਬਿਟਸ ਨਿਊਕਲੀਅਸ ਤੋਂ ਦੂਰ ਜਾਈ ਜਾਂਦੀ ਹੈਗੀ ਹੈ ਉਹਦੀ ਜਿਹੜੀ એનર્ਜੀ ਹੈਗੀ ਹੈ ਉਹ ਇਨਕਰੀਜ਼ ਕਰਨਾ ਸ਼ੁਰੂ ਕਰ ਦਿੰਦੀ ਹੈਗੀ। ਫਿਰ ਤੁਸੀਂ ਦੇਖੋਗੇ ਜਿਹੜਾ ਹੈਗਾ ਇਲੈਕਟ੍ਰੋਨਸ ਹੈ ਦੇ ਸ਼ੁੱਡ ਹੈਵ ਆਈਦਰ equal to -13.6 electron or -3.4 electron volt, not in between। means ਉਹਦੀ ਇੱਕ ਪਰਟੀਕੂਲਰ ਵੈਲਿਊ ਹੋਏਗੀ, ਜਾਂ ਉਹਦੀ એનર્ਜੀ -13.6 ਹੋਏਗੀ ਜਾਂ ਉਹਦੀ એનર્ਜੀ -3.4 ਹੋਏਗੀ। अगर कहिए कि 10 इलेक्ट्रॉन वोल्ट है, दिस एनर्जी कैन नॉट बी एग्जिस्ट और इलेक्ट्रॉन कैन नॉट हैव एन ऑर्बिट ऑफ एनर्जी 10 इलेक्ट्रॉन वोल्ट। सो ਜਿਹੜੇ ਔਰ ਇਲੈਕਟ੍ਰੋਨਸ ਹੈਗੇ ਆ ਇੱਕ ਪਰਟੀਕੂਲਰ એનર્ਜੀ ਦੀ ਔਰਬਿਟ ਦੇ ਵਿੱਚ ਹੀ ਰਿਵੋਲਵ ਕਰਨਗੇ। ਅਗਰ ਆਪਾਂ ਕ੍ਰਿਸਟਲ ਦੀ ਗੱਲ ਕਰੀਏ, ਕ੍ਰਿਸਟਲ ਕੀ ਹੁੰਦਾ ਹੈਗਾ ਜਿਹਦੇ ਵਿੱਚ ਲਾਰਜ ਨੰਬਰ ਆਫ ਐਟਮਸ ਜਿਹੜੇ ਹੈਗੇ ਆ ਕਲੋਜ਼ਲੀ ਪੈਕਡ ਹੁੰਦੇ ਹੈਗੇ ਆ। ਕਲੋਜ਼ਲੀ ਪੈਕਡ ਐਟਮਸ ਜਦ ਹੋਣਗੇ ਤਾਂ ਕੀ ਹੋਏਗਾ, ਜਿਹੜੇ ਇਲੈਕਟ੍ਰੋਨਸ ਜਿਹੜੇ ਐਟਮ ਦੇ ਆਊਟਰਮੋਸਟ ਸ਼ੈਲ ਦੇ ਵਿੱਚ ਹੋਣਗੇ ਦੇ ਵਿਲ ਇੰਟਰੈਕਟ ਵਿਦ ਦ ਇਲੈਕਟ੍ਰੋਨਸ ਐਂਡ ਦ ਨਿਊਕਲੀਅਸ ਆਫ ਦ ਨੇਬਰਿੰਗ ਐਟਮ। ਕਿਉਂਕਿ ਹੁਣ ਇੱਕ ਸਿੰਗਲ ਐਟਮ ਦੀ ਗੱਲ ਨਹੀਂ ਆਪਾਂ ਕਰ ਰਹੇ, ਆਪਾਂ ਕ੍ਰਿਸਟਲ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਬਹੁਤ ਸਾਰੇ ਐਟਮਸ ਆਪਸ ਦੇ ਵਿੱਚ ਜੁੜੇ ਹੋਏ ਹੈ। ਤੇ ਇਹਦੇ ਵਿੱਚ ਕੀ ਹੋਏਗਾ, ਜਿਹੜੇ ਆਊਟਰਮੋਸਟ ਸ਼ੈਲਸ ਹੋਣਗੇ ਹਰੇਕ ਐਟਮਸ ਦੇ ਉਹਦੇ ਦੇ ਵਿੱਚ ਜਿਹੜੇ ਇਲੈਕਟ੍ਰੋਨਸ ਹੋਣਗੇ ਉਹ ਦੂਜੇ ਐਟਮ ਦੇ ਇਲੈਕਟ੍ਰੋਨਸ ਦੇ ਨਿਊਕਲੀਅਸ ਦੇ ਨਾਲ ਇੰਟਰੈਕਟ ਕਰਨਗੇ। ਇੰਟਰੈਕਟ ਕਰਨ ਦੇ ਨਾਲ ਕੀ ਹੋਊਗਾ ਕਿ ਜਿਹੜੇ ਉਹਨਾਂ ਦੀ એનર્ਜੀਸ ਹੋਣਗੀਆਂ ਉਹ ਮੋਡੀਫਾਈਡ ਹੋ ਜਾਣਗੇ। ਮੀਨਸ એનર્ਜੀਸ ਜਿਹੜੀਆਂ ਹੈਗੀਆਂ ਇੱਕ ਡਿਸਕ੍ਰੀਟ ਵੈਲਿਊ ਦੀ ਜਗ੍ਹਾ ਉਹ ਇੱਕ ਰੇਂਜ ਆ ਜਾਏਗੀ। ਮੀਨਸ ਦੇ ਵਿਲ ਸਲਾਈਟਲੀ ਡਿਫਰ। ਠੀਕ ਹੈ। ਸੋ ਇਨਰ ਮੋਸਟ ਜਿਹੜੇ ਸ਼ੈਲ ਇਲੈਕਟ੍ਰੋਨਸ ਹੋਣਗੇ ਉਹ ਨਹੀਂ ਇਫੈਕਟ, ਉਹਨਾਂ ਦੇ ਉੱਤੇ ਕੋਈ ਇਫੈਕਟ ਨਹੀਂ ਹੋਏਗਾ ਬਿਕੋਜ਼ ਦੇ ਆਰ ਟਾਈਟਲੀ ਬੌਂਡ ਟੂ ਦ ਨਿਊਕਲੀਅਸ। ਜਦ ਕਿ ਜਿਹੜੇ ਆਊਟਰਮੋਸਟ ਸ਼ੈਲ ਵਾਲੇ ਇਲੈਕਟ੍ਰੋਨਸ ਹੋਣਗੇ ਜਿਨ੍ਹਾਂ ਨੂੰ ਆਪਾਂ ਵੈਲੈਂਸ ਇਲੈਕਟ੍ਰੋਨਸ ਵੀ ਕਹਿੰਦੇ ਹੈਗੇ ਆ, ਦੇ ਵਿਲ ਗੈਟ ਮੋਡੀਫਾਈਡ। ਜਿਹੜੇ એનર્ਜੀ ਲੈਵਲਸ ਹੋਣਗੇ ਆਊਟਰਮੋਸਟ ਸ਼ੈਲ ਦੇ ਉਹ ਮੋਡੀਫਾਈ ਹੋ ਜਾਣਗੇ। ਮੋਡੀਫਾਈ ਕਿਸ ਤਰ੍ਹਾਂ ਹੋਣਗੇ, ਮੀਨਸ ਦੇਰ ਵਿਲ ਬੀ ਦ ਸਪਲਿਟਿੰਗ ਆਫ single energy level of an isolated atom into large number of closely spaced lines। means there will be the splitting of a discrete light line into large number of closely spaced energy levels। और ਜਿਹੜੇ ਇਹ closely spaced energy levels होंगे they will have the maximum value and the minimum value। और this range of energy forms the energy band। ਇਹ ਜਦ ਸਾਡੇ ਕੋਲ ਛੋਟੇ ਛੋਟੇ એનર્ਜੀ ਲੈਵਲਸ ਬਣ ਜਾਣਗੇ ਤੇ ਇੱਕ ਕੰਟੀਨਿਊਸ ਇਹ ਇੰਨੇ ਕਲੋਜ਼ ਹੋਣਗੇ ਕਿ ਇੱਕ ਕੰਟੀਨਿਊਸ ਬੈਂਡ ਦੀ ਤਰ੍ਹਾਂ ਸਾਨੂੰ ਦਿਖਾਈ ਦੇਣਗੇ ਤੇ ਆਪਾਂ ਇਹਨੂੰ ਕਹਾਂਗੇ energy band। So in crystals the discrete level in isolated atom is changed to the energy band ਜਿਹਦੀ ਇੱਕ minimum value ਵੀ ਹੋਏਗੀ ਔਰ maximum value। ਯਾਨੀ ਕਿ ਜਿਹੜੇ ਆਊਟਰਮੋਸਟ ਸ਼ੈਲ ਹੈਗੇ ਆ ਕ੍ਰਿਸਟਲ ਦੇ ਵਿੱਚ ਐਟਮਸ ਦੇ ਉਹ ਜਿਹੜੇ ਹੈਗੇ ਆ ਮੋਡੀਫਾਈ ਹੋ ਜਾਣਗੇ। ਉਹਨਾਂ ਦੀ એનર્ਜੀ ਆਈਸੋਲੇਟਡ ਐਟਮਸ ਤੋਂ ਥੋੜੀ ਸੀ ਜ਼ਿਆਦਾ ਹੋ ਜਾਏਗੀ ਜਾਂ ਥੋੜੀ ਜੀ ਘੱਟ ਹੋ ਜਾਏਗੀ। ਐਂਡ ਦਿਸ ਇਜ਼ देयर इज़ अ ਸਪਲਿਟਿੰਗ ਆਫ એનર્ਜੀ ਲੈਵਲਸ। ਠੀਕ ਹੈ ਬੱਚੋ। ਆਪਾਂ ਅਗਰ ਐਗਜ਼ਾਮਪਲ ਲੈ ਲਈਏ, ਸਾਡੇ ਕੋਲ ਇੱਕ ਹਾਈਡਰੋਜਨ ਐਟਮ ਹੈਗਾ, ਇਹ ਇੱਕ ਹਾਈਡਰੋਜਨ ਐਟਮ ਹੈ, ਜੇ ਸਿੰਗਲ ਹੈਗਾ ਤੇ ਇਹ ਦੂਜਾ ਹਾਈਡਰੋਜਨ ਐਟਮ ਹੈ। ਇਹ ਕੱਲਾ ਇਲੈਕਟ੍ਰੋਨ ਜਿਹੜੇ ਆਪਸ ਦੇ ਵਿੱਚੋਂ ਦੋਨੋਂ ਐਟਮਸ ਦੂਰ ਪਏ ਹੋਏ ਹੈ ਤਾਂ ਇਹਨਾਂ ਦੀ ਜਿਹੜਾ ਅਟੋਮਿਕ ਨੰਬਰ ਦੇਖੀਏ ਤੇ ਹਾਈਡਰੋਜਨ ਦਾ ਜਿਹੜਾ ਅਟੋਮਿਕ ਨੰਬਰ ਹੁੰਦਾ ਹੈ 1 ਹੁੰਦਾ ਹੈ। ਤਾਂ ਇਹਦੇ ਜਿਹੜੇ ਇਲੈਕਟ੍ਰੋਨਸ ਜਿਹੜੇ ਹੈਗੇ ਫਸਟ ਆਰਬਿਟ ਦੇ ਵਿੱਚ ਇੱਕ ਇਲੈਕਟ੍ਰੋਨ ਹੋਏਗਾ।
ਮੈਕਸਿਮਮ ਔਰ ਕਿੰਨੇ ਇਲੈਕਟ੍ਰੋਨ ਆ ਸਕਦੇ ਆ ਸਾਡੇ ਕੋਲ ਐਸ ਔਰਬਿਟ ਦੇ ਵਿੱਚ 2 ਇਲੈਕਟ੍ਰੋਨਸ, ਪਰ ਇਹਦੇ ਵਿੱਚ ਸਾਡੇ ਕੋਲ ਕਿੰਨਾ ਇਲੈਕਟ੍ਰੋਨ ਪਿਆ ਹੋਇਆ ਹੈਗਾ 1 ਇਲੈਕਟ੍ਰੋਨ, ਯਾਨੀ ਕਿ ਇੱਕ ਜਿਹੜੀ ਹੈਗੀ ਹੈ ਸਪੇਸ ਸਾਡੇ ਕੋਲ ਖਾਲੀ ਹੈਗੀ ਹੈ। ਜਦ ਆਪਾਂ ਇਹ ਦੋਨੋਂ ਐਟਮਸ ਨੂੰ ਆਪਸ ਦੇ ਵਿੱਚ ਕੰਬਾਈਨ ਕਰਾਂਗੇ, ਕਲੋਜ਼ ਲੈ ਕੇ ਆਵਾਂਗੇ, ਆ ਚੀਜ਼ ਹੈਗੀ ਹੈ ਜਿਹੜੀ, ਤਾਂ ਉਹਦੇ ਵਿੱਚ ਕੀ ਹੋਏਗਾ, ਜਿਹੜਾ ਇਹ ਇਲੈਕਟ੍ਰੋਨ ਹੈਗਾ ਹੈ ਇਸ ਐਟਮ ਦਾ, it will interact with the nucleus and the electron of the second atom। तो ਇਹਦੇ ਨਾਲ ਕੀ ਹੋਏਗਾ, ਇਹ ਜਿਹੜਾ ਵੈਲੈਂਸ ਇਲੈਕਟ੍ਰੋਨ ਹੈਗਾ ਇਹਦਾ ਜਿਹੜਾ એનર્ਜੀ ਲੈਵਲ ਹੈਗਾ ਉਹ ਮੋਡੀਫਾਈ ਹੋ ਜਾਏਗਾ, ਉਹ ਥੋੜਾ ਜਿਹਾ ਚੇਂਜ ਹੋ ਜਾਏਗਾ। ਚੇਂਜ ਕੀ ਹੋਏਗਾ, એનર્ਜੀ ਜਿਹੜੀ ਹੈਗੀ ਹੈ, ਮੰਨ ਲਓ ਪਹਿਲਾਂ E0 ਸੀਗੀ, ਤਾਂ ਹੁਣ ਜਿਹੜੀ એનર્ਜੀ ਹੋ ਜਾਏਗੀ E0 ਤੋਂ ਥੋੜੀ ਜਿਹੀ ਘੱਟ ਹੋ ਸਕਦੀ ਹੈ ਜਾਂ ਥੋੜੀ ਜਿਹੀ ज़्यादा हो सकती हैगी। The allowed energy levels will be of this range। तो due to interaction of electron with the electron and nucleus of the neighboring atom, the atomic orbital will be converted into molecular orbital whose energy range will be E0 minus delta to E0 plus delta। तो this is how एनर्जी ਜਿਹੜੇ ਆਈਸੋਲੇਟਡ ਐਟਮ, ਇੱਕ ਜਿਹੜਾ ਸਾਡਾ ਡਿਸਕ੍ਰੀਟ ਲੈਵਲ ਹੈਗਾ ਉਹ ਚੇਂਜ ਹੋ ਗਿਆ, ਸਪਲਿਟ ਹੋ ਗਿਆ ਦੋ ਪਾਰਟਸ ਦੇ ਵਿੱਚ। ਇੱਕ ਦੀ એનર્ਜੀ ਥੋੜੀ ਜਿਹੀ ਘੱਟ ਹੋਏਗੀ ਤੇ ਦੂਜੇ ਦੀ એનર્ਜੀ ਜਿਹੜੀ ਥੋੜੀ ਜਿਹੀ ज़्यादा ਹੋਏਗੀ। ਠੀਕ ਹੈ ਬੱਚੋ, ਤੇ ਇਹ ਮੋਲੀਕੂਲਰ ਆਰਬਿਟਸ ਤੁਹਾਡੀਆਂ ਦੋ ਬਣ ਗਈਆਂ, ਵਨ ਲੈਸ એનર્ਜੀ ਐਂਡ ਅਨਦਰ ਇਜ਼ ਮੋਰ એનર્ਜੀ। ਸੋ ਜਿਹੜੇ 2 1s atomic orbitals are converted into 2 molecular orbits, और 2 ਇਲੈਕਟ੍ਰੋਨਸ ਜਦ ਇਹ ਮੋਲੀਕਿਊਲਸ ਬਣ ਜੂਗੇ, ਦੋਨੋਂ ਐਟਮਸ ਆਪਸ ਦੇ ਵਿੱਚ ਕਲੋਜ਼ ਹੋ ਜਾਣਗੇ, ਤਾਂ ਕੀ ਹੋਏਗਾ ਕਿ ਜਿਹੜੇ ਇਲੈਕਟ੍ਰੋਨਸ ਸਿੰਗਲ ਔਰਬਿਟਸ ਦੇ ਵਿੱਚ ਇੱਥੇ ਪਏ ਹੋਏ ਸੀਗੇ ਉਹ ਦੋਨੋਂ ਲੋਅਰ એનર્ਜੀ ਵਾਲੇ ਔਰਬਿਟ ਦੇ ਵਿੱਚ ਆ ਜਾਣਗੇ ਮੋਲੀਕਿਊਲਸ ਦੇ ਵਿੱਚ, ਤੇ ਇਹਦੇ ਨਾਲ ਇੱਕ ਔਰਬਿਟ ਜਿਹੜੀ ਹੈਗੀ ਹੈ ਉਹਦੀ ਟੋਟਲੀ ਖਾਲੀ ਹੋ ਜਾਏਗੀ ਔਰ ਇੱਕ ਔਰਬਿਟ ਜਿਹੜੀ ਹੈਗੀ ਹੈ ਉਹਦੀ ਟੋਟਲੀ ਭਰ ਜਾਏਗੀ। ਹੈਂਸ ਦੇ ਆਰ ਸਟਰੋਂਗਲੀ ਬੌਂਡਡ। ਥੈਂਕ ਯੂ।